ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਲਗਭਗ 69 ਸਾਲ ਪਹਿਲਾਂ ਹੋਂਦ ਵਿੱਚ ਆਈ ਅਤੇ ਇਸ ਜਥੇਬੰਦੀ ਨੇ ਸਿੱਖ ਬੱਚਿਆਂ ਤੇ ਬੱਚੀਆਂ ਵਿੱਚ ਸਿੱਖੀ ਦੇ ਪਸਾਰ ਲਈ ਕਾਫੀ ਯੋਗਦਾਨ ਪਾਇਆ ਹੈ। ਜੂਨ 1984 ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਹੋਰਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਲ ਅਕਾਲ ਤਖਤ ਸਾਹਿਬ ਦੀ ਆਨ ਸ਼ਾਨ ਦੇ ਲਈ ਸ਼ਹੀਦੀ ਪਾਈ। 1984 ਤੋਂ ਲੈ ਕੇ 1995 ਤੱਕ ਕੌਮ ਦੀ ਆਜ਼ਾਦੀ ਲਈ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਹਜ਼ਾਰਾਂ ਨੌਜਵਾਨਾਂ ਨੇ ਸ਼ਹੀਦੀਆਂ ਪਾਈਆਂ। ਇਸ ਵੇਲੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਈ ਧੜੇ ਹਨ। ਇਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਧੜੇ ਦੇ ਆਗੂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ, ਜਿੱਥੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਸਿੱਖਸ ਫॉर ਜਸਟਿਸ ਨਾਲ ਮਿਲ ਕੇ ਕੰਮ ਕਰ ਰਹੇ ਹਨ, ਉੱਥੇ ਸਮੇਂ-ਸਮੇਂ ਅਹਿਮ ਪੰਥਕ ਮੁੱਦਿਆਂ ਤੇ ਵੀ ਇਹਨਾਂ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਹੈ। ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਅੱਜ ਕੱਲ੍ਹ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਨਵੇਂ ਸਿਰੇ ਤੋਂ ਜਥੇਬੰਦ ਕਰਨ ਲਈ ਯਤਨਸ਼ੀਲ ਹਨ। ਅਸੀਂ ਉਹਨਾਂ ਨਾਲ ਅੱਜ ਵੱਖ-ਵੱਖ ਪੰਥਕ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਹਾਡਾ TV 84 ਨਿਊਜ਼ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਤੁਸੀਂ ਪਿਛਲੇ ਦਿਨਾਂ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਇੱਕ ਕਨਵੈਨਸ਼ਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੀਤੀ। ਇਸ ਸੰਬੰਧੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਕਨਵੈਨਸ਼ਨ ਕਿਵੇਂ ਰਹੀ। ਇਸ ਦੇ ਵਿੱਚ ਮੈਂ ਸਮਝਦਾ ਕਿ ਇਨਕਲਾਬੀ ਤਬਦੀਲੀਆਂ ਨਜ਼ਰ ਆਈਆਂ ਨੇ। ਪਹਿਲੀ ਵਾਰ ਮੈਂ ਹਰ ਸਾਲ ਹੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪਲੇਟਫਾਰਮ ਦੇ ਉੱਪਰ ਫੈਡਰੇਸ਼ਨ ਦੀ ਸਾਲਾਨਾ ਵਰ੍ਹੇਗੰਢ ਮਨਾਉਣ ਦੀ ਕੋਸ਼ਿਸ਼ ਕਰਦਾ ਔਰ ਜੋ ਇਸ ਵਾਰ ਸਾਨੂੰ ਹੁੰਗਾਰਾ ਮਿਲਿਆ ਸਟੂਡੈਂਟਸ ਵੱਲੋਂ, ਕਿਉਂਕਿ ਇੱਕ ਸਾਡੇ ਉੱਤੇ ਬੜਾ ਵੱਡਾ ਉਲਾਮਾ ਸੀ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿੰਦਾ ਸਿੱਧਾ ਸੰਬੰਧ ਸਟੂਡੈਂਟਸ ਨਾਲ ਹੈ ਤੇ ਉਹ ਅੱਜ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚੋਂ ਗਾਇਬ ਨਜ਼ਰ ਆ ਰਹੀ ਹੈ। ਸੋ ਇਹ ਮੈਂ ਸਮਝਣਾ ਕਿ ਇਸ ਉਲਾਮੇ ਨੂੰ ਹੌਲੀ ਹੌਲੀ ਦੂਰ ਕਰਨ ਵਾਸਤੇ ਜੋ ਇੱਕ ਛੋਟੀ ਛੋਟੀ ਕੋਸ਼ਿਸ਼ ਸੀ ਉਸ ਨੇ ਇੱਕ ਬੜਾ ਵੱਡਾ ਤਬਦੀਲੀ ਲਿਆਂਦੀ। 13 ਸਤੰਬਰ 2013 ਨੂੰ ਉਸ ਦਿਨ 13/9/13 ਵਾਲਾ ਦਿਨ ਜਿਹੜਾ ਸੀ ਉਹ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਦਿਹਾੜਾ ਬਣ ਗਿਆ, ਜਦੋਂ ਹਜ਼ਾਰਾਂ ਨੌਜਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਨਤਮਸਤਕ ਹੋ ਕੇ ਜੋ ਪੰਥਕ ਲੀਡਰਸ਼ਿਪ ਸੀ, ਜੋ ਪੰਥਕ ਵਿਚਾਰਧਾਰਾ ਦੀਆਂ ਗੱਲਾਂ ਬਾਤਾਂ ਸੀ, ਉਸ ਨੂੰ ਬੜੀ ਅਹਿਮੀਅਤ ਦਿੱਤੀ। ਜੀ ਜੀ ਬਿਲਕੁਲ। ਤੇ ਵੀ ਜਿਸ ਸਿੱਖ ਨੌਜਵਾਨਾਂ ਦੀ ਗੱਲ ਕੀਤੀ, ਇੱਕ ਕੇਸ ਸਾਹਮਣੇ ਆ ਜਿਸ ਦੇ ਵਿੱਚ ਡਾਇਰੈਕਟਰ ਜਨਰਲ ਦੀ ਪੁਲਿਸ ਸੁਮੇਧ ਸੈਣੀ ਦੀ ਪੁਲਿਸ ਫੋਰਸ ਵੱਲੋਂ ਸਿੱਖ ਨੌਜਵਾਨਾਂ ਦੀ ਫੜੋ-ਫੜੀ ਤੇ ਤਸ਼ੱਦਦ ਦਾ ਦੌਰ ਜਾਰੀ ਹੈ। 30 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਘਰੋਂ ਚੁੱਕਿਆ ਗਿਆ ਹੈ। ਐਸਾ ਪੰਜਾਬ ਦੇ ਵਿੱਚ ਕਿਉਂ ਹੋ ਰਿਹਾ ਤੇ ਇਸ ਦੇ ਪਿੱਛੇ ਕੀ ਚਾਲ ਹੈ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਸਮਝੋ ਕਿ ਇੱਕ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਉਹ ਸਮੇਂ-ਸਮੇਂ ਇੱਕ ਤਰ੍ਹਾਂ ਦਾ ਆਪਰੇਸ਼ਨ ਚਲਾਉਂਦੀਆਂ ਨੇ ਤੇ ਇਹ ਵੀ ਇੱਕ ਆਪਰੇਸ਼ਨ ਹੈ ਜਿਸ ਦੇ ਵਿੱਚ ਨੌਜਵਾਨਾਂ ਨੂੰ ਭੈਭੀਤ ਕਰਨਾ, ਨੌਜਵਾਨਾਂ ਨੂੰ ਡਰਾਉਣਾ ਧਮਕਾਉਣਾ ਔਰ ਉਹਨਾਂ ਨੂੰ ਪੰਥਕ ਏਜੰਡੇ ਤੋਂ ਦੂਰ ਲੈ ਕੇ ਜਾਣ ਵਾਸਤੇ ਹਰ ਉਹ ਕੋਸ਼ਿਸ਼ ਕਰਨੀ ਜੋ ਸਮੇਂ-ਸਮੇਂ ਸਰਕਾਰਾਂ ਕਰਦੀਆਂ ਰਹਿੰਦੀਆਂ ਨੇ। ਪਰ ਇਸ ਦੇ ਨਾਲ ਮੈਂ ਆਪਣੀ ਨੌਜਵਾਨ ਪੀੜ੍ਹੀ ਨੂੰ ਦੁਨੀਆ ਭਰ ਵਿੱਚ ਵਸਦੇ ਜਿਹੜੇ ਸਾਡੇ ਵੀਰ ਭੈਣ ਨੇ ਜਿਹੜੇ ਫੇਸਬੁੱਕ, ਟਵਿੱਟਰ ਔਰ ਹੋਰ ਸੋਸ਼ਲ ਨੈਟਵਰਕ ਤੇ ਕੰਮ ਕਰਦੇ ਨੇ, ਉਹਨਾਂ ਨੂੰ ਮੈਂ ਜ਼ਰੂਰ ਕਹਾਂਗਾ ਕਿ ਅੱਜ ਬਹੁਤ ਸਾਰੀਆਂ ਏਜੰਸੀਆਂ ਜਿਨ੍ਹਾਂ ਨੇ ਆਪਣੇ ਨਾਮ ਜਿਹੜੇ ਆ ਉਹ ਬੜੇ ਚੇਂਜ ਕਰਕੇ, ਕਿਸੇ ਨੇ ਆਪਣੇ ਆਪ ਨੂੰ ਖਾਲਸਾ ਨਾਮ ਦਾ ਨਾਲ ਉਹ ਸੰਬੋਧਨ ਕਰਦੇ ਆ, ਕੋਈ ਕਿਸੇ ਨੂੰ ਕਰਦਾ, ਕੋਈ ਕਿਸੇ ਨੂੰ, ਪਰ ਅੰਦਰੂਨੀ ਤੌਰ ਦੇ ਉੱਤੇ ਉਹ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਕਿ ਜਿਹੜੇ ਸਾਨੂੰ ਸਟੀਮ ਤੇ ਲਿਜਾ ਕੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਖੜਾ ਕਰ ਦਿੰਦੇ ਨੇ ਕਿ ਜਿੱਥੇ ਉਹ ਫਿਰ ਸਾਨੂੰ ਟਾਰਗੇਟ ਕੀਤਾ ਜਾਂਦਾ ਹੈ ਕਿ ਹੁਣ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਕਿਸੇ ਕੇਸ ਦੇ ਵਿੱਚ ਵਸਾਇਆ ਜਾਵੇ ਜਾਂ ਕਿਸੇ ਇਹੋ ਜਿਹੇ ਹਾਲਾਤਾਂ ਦੇ ਵਿੱਚ। ਸੋ ਸਾਨੂੰ ਜਦੋਂ ਵੀ ਅਸੀਂ ਫੇਸਬੁੱਕ, ਟਵਿੱਟਰ ਜਾਂ ਹੋਰ ਸੋਸ਼ਲ ਨੈਟਵਰਕ ਤੇ ਕੰਮ ਕਰਦੇ ਹਾਂ ਤਾਂ ਸਾਨੂੰ ਇਹ ਸੋਚ ਕੇ ਕੰਮ ਕਰਨਾ ਚਾਹੀਦਾ ਹੈ ਕਿ ਅਸੀਂ ਕਿਸੇ ਆਪਣੇ ਵਿਰੋਧੀ ਦੇ ਨਾਲ ਵੀ ਗੱਲ ਕਰ ਰਹੇ ਹਾਂ ਔਰ ਉਹ ਵਿਰੋਧੀ ਇੰਨਾ ਚਾਲਬਾਜ਼ ਹੋ ਸਕਦਾ ਕਿ ਜਿਹੜਾ ਸਾਨੂੰ ਕਿਸੇ ਗਲਤ ਪਾਸੇ ਲਿਜਾ ਕੇ ਸਾਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਖੜਾ ਕਰ ਸਕਦਾ ਹੈ। ਤੁਸੀਂ ਅੱਜ ਦੇਖਿਆ ਹੋਵੇਗਾ ਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਡਿਬੇਟ ਸ਼ੁਰੂ ਹੋਈ ਹੈ ਕਿ ਸਿੱਖਾਂ ਨੂੰ ਭਾਰਤ ਦੇ ਅੰਦਰ ਹੀ ਰਹਿ ਕੇ ਜਿਹੜੀ ਪ੍ਰਭੂ ਸੱਤਾ ਦੀ ਗੱਲ ਕਰਨੀ ਚਾਹੀਦੀ ਹੈ, ਉਹਨਾਂ ਨੂੰ ਵੱਖਰੀ ਜਿਹੜੀ ਇੱਕ ਵਿਚਾਰਧਾਰਾ ਜਿਹੜੀ ਕਈ 100 ਸਾਲਾਂ ਕਈ ਸਦੀਆਂ ਤੋਂ ਚੱਲਦੀ ਆ ਰਹੀ ਹੈ, ਜਿਸ ਦੇ ਉੱਪਰ ਗੁਰੂ ਸਾਹਿਬ ਨੇ ਆਪ ਮੋਹਰ ਲਾਈ ਹੈ ਕਿ ਸਿੱਖ ਜਿਹੜਾ ਹਮੇਸ਼ਾ ਯਾਦ ਰਹਿੰਦਾ
ਔਰ ਉਸ ਦੀ ਆਜ਼ਾਦੀ ਜਿਹੜੀ ਹੈ ਉਹ ਜਨਮ ਅਧਿਕਾਰ ਹੈ। ਔਰ ਉਸ ਦੇ ਵਿੱਚ ਸਾਨੂੰ ਜਿਹੜਾ ਖਾਲਿਸਤਾਨ ਦਾ ਏਜੰਡਾ ਜਾਂ ਖਾਲਿਸਤਾਨੀ ਸੋਚ ਹੈ ਜਿਹੜੀ ਉਸ ਦੇ ਪ੍ਰਤੀ ਸਾਨੂੰ ਸਮਰਪਿਤ ਭਾਵਨਾ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ ਕਿ ਅਸੀਂ ਖਾਲਸ ਰੂਪ ਦੇ ਵਿੱਚ ਅੱਗੇ ਆਉਣਾ। ਤੇ ਅੱਜ ਸਾਨੂੰ ਬਹੁਤ ਸਾਰੇ ਇਹੋ ਜਿਹੇ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਤੁਸੀਂ ਬੜੇ ਰਾਸ਼ਟਰਵਾਦੀ ਬਣ ਕੇ ਰਹੋਗੇ, ਤੁਸੀਂ ਬੜੇ ਇਸ ਤਰ੍ਹਾਂ ਦੇ ਬੀਬੇ ਬਣ ਕੇ ਰਹੋਗੇ ਤਾਂ ਤੁਹਾਨੂੰ ਬੜਾ ਮਾਣ ਸਤਿਕਾਰ ਮਿਲੇਗਾ ਦੁਨੀਆ ਦੇ ਵਿੱਚ। ਪਰ ਸਿੱਖ ਜਿਹੜਾ ਹਮੇਸ਼ਾ ਅਗਵਾਈ ਕਰਦਾ ਆਇਆ ਪੂਰੀ ਦੁਨੀਆ ਦੇ ਵਿੱਚ। ਅੱਜ ਵੱਖ-ਵੱਖ ਖੇਤਰਾਂ ਦੇ ਵਿੱਚ ਸਿੱਖ ਕੌਮ ਨੇ, ਚਾਹੇ ਅਮਰੀਕਾ ਹੈ, ਚਾਹੇ ਕੈਨੇਡਾ ਹੈ, ਜਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਉੱਥੇ ਜਾ ਕੇ ਅਸੀਂ ਆਪਣੇ ਝੰਡੇ ਗੱਡੇ ਆ। ਤੇ ਪੰਜਾਬ ਜਿਹੜਾ ਉਸਨੂੰ ਹਮੇਸ਼ਾ ਲੀਡ ਕਰਦਾ ਹੈ ਕਿਉਂਕਿ ਪੰਜਾਬ ਦੀ ਜਨਮ ਭੂਮੀ ਹੈ, ਸਰਜ਼ਮੀਨ ਹੈ ਜਿੱਥੋਂ ਸਿੱਖ ਜਿਹੜੇ ਉੱਠ ਕੇ ਵੱਖ-ਵੱਖ ਵਿਦੇਸ਼ਾਂ ਦੇ ਵਿੱਚ ਜਾ ਕੇ ਉਹ ਆਪਣਾ ਜਿਹੜਾ ਗੁਰੂ ਦਾ ਝਾੜੂ ਬਰਦਾਰ ਬਣ ਕੇ ਸੇਵਾ ਕਰ ਰਹੇ ਨੇ। ਲੇਕਿਨ ਅੱਜ ਉਹਨਾਂ ਨੂੰ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਕਹਿਣਾ ਔਰ KPS ਗਿੱਲ ਵਰਗੋ ਇਹ ਬਿਆਨ ਦੇਣਾ ਕਿ ਇਹਨਾਂ ਦੇ ਉੱਤੇ ਬੜੀ ਕਰੜੀ ਨਜ਼ਰ ਰੱਖੋ, ਇਹ ਆਪਣੇ ਆਪ ਵਿੱਚ ਡਰਾਉਣ ਧਮਕਾਉਣ ਦੀਆਂ ਨੀਤੀਆਂ ਨੇ ਜਿਸ ਤਹਿਤ ਮੈਂ ਸਮਝਣਾ ਕਿ ਇਹਨਾਂ ਨੌਜਵਾਨਾਂ ਦੀ ਗ੍ਰਿਫਤਾਰੀ ਕੀਤੀ ਗਈ। ਜੀ, ਜਿਸ ਤਰ੍ਹਾਂ ਵੀਰ ਜੀ ਤੁਸੀਂ ਕਿਹਾ ਕਿ ਪੰਜਾਬ ਹੀ ਸਾਡੀ ਜਨਮ ਭੂਮੀ ਹੈ, ਹਰ ਸਿੱਖ ਲਈ ਪੰਜਾਬ ਅਹਿਮੀਅਤ ਰੱਖਦਾ ਹੈ, ਪਰ ਇਸ ਵੇਲੇ ਪੰਜਾਬ ਵਿੱਚ ਡਰੱਗਸ ਦਾ ਇੰਨਾ ਬੋਲਬਾਲਾ ਹੈ। ਕੁਝ ਦਿਨ ਪਹਿਲਾਂ ਅਸੀਂ ਸਾਬਕਾ DGP ਪ੍ਰਿਜ਼ਨਸ ਸ਼ਸ਼ੀ ਕਾਂਤ ਜੀ ਨਾਲ ਗੱਲਬਾਤ ਕੀਤੀ ਸੀ ਜਿਨ੍ਹਾਂ ਨੇ ਇਹ ਇਨਕਸ਼ਾਫ ਕੀਤਾ ਹੈ TV 84 ਰਾਹੀਂ ਕਿ ਪੰਜਾਬ ਦੇ ਵਿੱਚ ਡਰੱਗਸ ਮੈਨੂਫੈਕਚਰ ਹੁੰਦੀ ਹੈ, ਸਾਲਾਨਾ 60,000 ਕਰੋੜ ਰੁਪਏ ਦੀ ਡਰੱਗਸ ਵੇਚੀ ਤੇ ਖਰੀਦੀ ਜਾਂਦੀ ਜੋ ਕਿ ਇਲੈਕਸ਼ਨਸ ਲਈ ਯੂਜ਼ ਕੀਤੀ ਜਾਂਦੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਸ ਬਾਰੇ ਕਹਿਣਾ ਚਾਹੁੰਦਾ ਕਿ ਇਹ ਪਹਿਲਾਂ ਤੋਂ ਇਹ ਲਗਾਤਾਰ ਇੱਕ ਸਰਕਾਰੀ ਚਾਲਾਂ ਰਹੀਆਂ ਨੇ ਜਿਸ ਦੇ ਵਿੱਚ ਮੈਂ ਸਮਝਣਾ ਕਿ ਇਹਨੂੰ ਮੈਂ ਸਿੱਧੇ ਰੂਪ ਵਿੱਚ ਪ੍ਰੌਕਸੀ ਵਾਰ ਦਾ ਨਾਮ ਦਿਆਂਗਾ ਕਿ ਇਹ ਸਾਡੀ ਨੌਜਵਾਨ ਪੀੜ੍ਹੀ ਦੀ ਨਸਲਕੁਸ਼ੀ ਕਰਨ ਵਾਸਤੇ ਇਹ ਵੀ ਇੱਕ ਢੰਗ ਤਰੀਕਾ ਵਰਤਿਆ ਜਾ ਰਿਹਾ ਕਿਉਂਕਿ ਬਾਰਡਰ ਦੇ ਉੱਪਰ ਲਗਾਤਾਰ ਸਿਕਿਉਰਿਟੀ ਫੋਰਸਾਂ ਤੈਨਾਤ ਨੇ, ਆਰਮੀ ਤੈਨਾਤ ਹੈ, ਲੇਕਿਨ ਪੁਲਿਸ ਤੈਨਾਤ ਹੈ। ਫਿਰ ਇਹ ਕਿੱਥੋਂ ਆ ਰਹੀ ਹੈ ਡਰੱਗ? ਔਰ ਇਹ ਇੰਨੇ ਵੱਡੇ ਪੱਧਰ ਤੇ ਫੜੀ ਜਾਂਦੀ ਹੈ ਕਿ ਤੁਸੀਂ ਇਹ ਤਾਂ ਪੜ੍ਹਦੇ ਹੋ ਜ਼ਰੂਰ ਅਖਬਾਰਾਂ 'ਚ, TV 'ਚ ਸੁਣਦੇ ਵੀ ਹੋ ਕਿ ਡਰੱਗ ਇੰਨੀ ਫੜੀ ਗਈ, ਲੇਕਿਨ ਕਿਸੇ ਇੱਕ ਵੀ ਡਰੱਗ ਮਾਫੀਏ ਦੇ ਬੰਦੇ ਨੂੰ ਕਦੀ ਸਜ਼ਾ ਹੁੰਦੀ ਦੇਖੀ ਹੈ? ਔਰ ਇਹ ਇੱਕ ਬੜੀ ਮਿਲੀ ਭੁਗਤ ਵਾਲਾ ਕੰਮ ਹੈ ਜਿਹਦੇ ਵਿੱਚ ਪੋਲੀਟੀਸ਼ੀਅਨ ਔਰ ਪੁਲਿਸ ਵੀ ਇਨਵੋਲਵ ਹੈ ਔਰ ਇਸ ਦੇ ਵਿੱਚ ਡਰੱਗ ਮਾਫੀਆ ਦਾ ਇੱਕ ਆਪਣਾ ਪ੍ਰਭਾਵ ਜਿਹੜਾ ਕਿ ਇਲੈਕਸ਼ਨ ਦੇ ਵਿੱਚ ਇਹ ਸਾਰਾ ਆਪਣਾ ਪ੍ਰਭਾਵ ਵਰਤਦਾ। ਜਿੱਥੋਂ ਤੱਕ ਸ਼ਸ਼ੀ ਕਾਂਤ ਹੋਰਾਂ ਦਾ ਸਵਾਲ ਹੈ, ਸ਼ਸ਼ੀ ਕਾਂਤ ਹੋਰੀ ਬਹੁਤ ਸਮਾਂ ਪੰਜਾਬ ਦੇ ਵਿੱਚ ਇੰਟੈਲੀਜੈਂਸ ਦੇ ਵਿੱਚ ADGP ਦੇ ਤੈਨਾਤ ਰਹੇ ਨੇ ਔਰ ਜੇਲ੍ਹਾਂ ਦੇ DGP ਤੈਨਾਤ ਰਹੇ ਨੇ। ਪਰ ਮੈਨੂੰ ਸਮਝ ਨਹੀਂ ਆਉਂਦੀ ਜਿਵੇਂ ਡਾਕਟਰ ਮਨਮੋਹਨ ਸਿੰਘ ਹੁਣ 2014 ਦੇ ਵਿੱਚ ਜਦੋਂ ਆਪਣੀ ਪੋਸਟ ਤੋਂ ਰਿਟਾਇਰਡ ਹੋਣਗੇ ਤਾਂ ਬੜੇ ਵੱਡੇ ਹਿਸਾਬ ਕਰਨਗੇ ਕਿ ਮੈਂ ਆਹ ਕਰਨਾ ਚਾਹੁੰਦਾ ਸੀ, ਮੈਂ ਆਹ ਨਹੀਂ ਕੀਤਾ, ਮੈਂ ਇਸ ਤਰ੍ਹਾਂ ਹੋਇਆ ਜੀ, ਇਸ ਤਰ੍ਹਾਂ ਹੋਇਆ। ਇਹ ਜਿੰਨੇ ਵੀ ਚਾਹੇ ਪੋਲੀਟੀਸ਼ੀਅਨ ਹੈ ਚਾਹੇ ਬਿਊਰੋਕਰੇਟ ਹੈ, ਜਦੋਂ ਇਹ ਆਪਣੀ ਪੋਸਟ ਤੋਂ ਰਿਟਾਇਰਡ ਹੋ ਜਾਂਦੇ ਨੇ ਉਦੋਂ ਫਿਰ ਇਹ ਕਿਤਾਬਾਂ ਵੀ ਲਿਖਦੇ ਨੇ, ਉਦੋਂ ਇਹਨਾਂ ਕੋਲ ਇਹੋ ਜਿਹਾ ਸਮਾਂ ਹੋ ਜਾਂਦਾ ਹੈ, ਉਦੋਂ ਇਹੋ ਜਿਹੀਆਂ ਵੱਡੀਆਂ ਗੱਲਾਂ ਵੀ ਕਰਦੇ ਨੇ। ਪਰ ਅਸੀਂ ਸਮੇਂ ਇਹ ਆਵਾਜ਼ ਉਠਾਉਂਦੇ ਰਹੇ ਕਿ ਡਰੱਗ ਜਿਹੜਾ ਹੈ ਇਹ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ, ਹਰ ਕਸਬੇ ਦੇ ਵਿੱਚ, ਹਰ ਵਿਦਿਅਕ ਅਦਾਰੇ ਦੇ ਵਿੱਚ ਸਪਲਾਈ ਕੀਤਾ ਜਾ ਰਿਹਾ, ਇਸ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ। ਉਦੋਂ ਇੱਕ ਵੀ ਸਟੇਟਮੈਂਟ, ਇੱਕ ਵੀ ਗੱਲ ਇਹੋ ਜਿਹੀ ਨਹੀਂ ਕੀਤੀ ਗਈ। ਫਿਰ ਵੀ ਚੰਗੀ ਗੱਲ ਹੈ ਕਿ ਜੇ ਉਹ ਆਪਣੀ ਅੱਜ ਗੱਲ ਕਰ ਰਹੇ ਨੇ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਦੀ ਜ਼ਮੀਰ ਜਾਗੀ ਹੈ ਤਾਂ ਉਹਨਾਂ ਨਾਲ ਅਸੀਂ ਜੋ ਵੀ ਸਾਡੇ ਵੱਲੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਕੋਈ ਵੀ ਆਵਾਜ਼ ਉੱਠਦੀ ਹੈ ਡਰੱਗ ਦੇ ਖਿਲਾਫ, ਅਸੀਂ ਉਹਦੇ ਨਾਲ ਪੂਰਾ ਸਾਥ ਸਹਿਯੋਗ ਦੇਵਾਂਗੇ। ਜੀ ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ, ਸ਼ਸ਼ੀ ਕਾਂਤ ਜੀ ਨੇ ਡਰੱਗਸ ਰੋਕਣ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਕਿ ਆਲ ਇੰਡੀਆ ਆਲ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਤੁਸੀਂ ਉਸ ਵਿੱਚ ਵੀ ਸਾਥ ਦੇ ਰਹੇ ਹੋ ਉਹਨਾਂ ਦਾ? ਦੇਖੋ, ਅਸੀਂ ਆਪਣੇ ਪੱਧਰ ਦੇ ਉੱਪਰ ਕੱਲ ਵੀ ਚਮਕੌਰ ਸਾਹਿਬ ਜਿੱਥੇ ਕਿ ਸੰਸਾਰ ਦੀ ਅਨੋਖੀ ਜੰਗ ਲੜੀ ਗਈ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਉਹਨਾਂ ਔਰ ਪਿਆਰੇ ਗੁਰਸਿੱਖਾਂ ਨੇ ਸ਼ਹਾਦਤ ਦਿੱਤੀ। ਉਸ ਜਗ੍ਹਾ ਦੇ ਉੱਪਰ ਮੀਟਿੰਗ ਕੀਤੀ, ਗੁਰਦੁਆਰਾ ਦਮਦਮਾ ਸਾਹਿਬ ਬਹੁਤ ਵੱਡਾ ਯੂਥ ਇਕੱਠ ਹੋਇਆ ਔਰ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਲਪੁਰ ਉੱਥੇ ਅਸੀਂ ਗਏ, ਉੱਥੇ ਵੀ ਯੂਨਿਟ ਬਣਾ ਕੇ ਆਏ ਹਾਂ, ਉੱਥੇ ਵੀ ਨੌਜਵਾਨਾਂ ਦਾ ਇਕੱਠ ਹੋਇਆ ਤੇ ਅਸੀਂ ਅਵੇਅਰਨੈਸ ਪੈਦਾ ਕਰਨ ਵਾਸਤੇ ਕਿ ਯੂਥ ਦੇ ਅੰਦਰ ਇਹ ਗੱਲ ਦੀ ਭਾਵਨਾ ਪੈਦਾ ਹੋਵੇ ਕਿ ਉਹ ਡਰੱਗ ਤੋਂ ਆਪਣਾ ਦੂਰ ਜਾਵੇ ਔਰ ਉਸ ਨੂੰ ਪਤਾ ਲੱਗੇ ਕਿ ਇਹ ਜਿਹੜਾ ਸਾਡੇ ਨਾਲ ਇੱਕ ਤਰ੍ਹਾਂ ਦਾ ਬਹੁਤ ਵੱਡਾ ਖਿਲਵਾੜ ਹੋ ਰਿਹਾ, ਸਾਡੇ ਫਿਊਚਰ ਨੂੰ ਤਬਾਹ ਕਰਨ ਵਾਸਤੇ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਸੋ ਉਸ ਵਾਸਤੇ ਮੈਂ ਸਮਝਦਾ ਕਿ ਅਨਪਲਾਈਮੈਂਟ ਜਿਹੜੀ ਹੈ ਬਹੁਤ ਵੱਡੀ
ਇੱਕ ਇਸ ਦੇ ਵਿੱਚ ਵੱਡਾ ਦਿਖਾਂਤ ਹੈ ਡਰੱਗ ਦੇ ਵਿੱਚ। ਤੇ ਮੈਂ ਆਪਣੇ ਵੀਰਾਂ ਭੈਣਾਂ ਨੂੰ ਜਿਹੜੇ ਦੁਨੀਆ ਭਰ ਵਿੱਚ ਵੱਸਦੇ ਨੇ ਉਹਨਾਂ ਨੂੰ ਵੀ ਕਹਾਂਗਾ ਕਿ ਉਹ ਪੰਜਾਬ ਦੇ ਵਿੱਚ ਆਉਂਦੇ ਨੇ ਜਦੋਂ ਆਪਣੀਆਂ ਛੁੱਟੀਆਂ ਗੁਜ਼ਾਰਨ ਜਾਂ ਜਦੋਂ ਵੀ ਆਪਣੇ ਮਾਪਿਆਂ ਕੋਲ ਜਾਂ ਆਪਣੇ ਪਿੰਡ ਵਾਸੀਆਂ ਨੂੰ ਮਿਲਣ ਆਉਂਦੇ ਆ ਤਾਂ ਉਹ ਕੇਵਲ ਆਪਣੇ ਵੱਡਿਆਂ ਦੇ ਨਾਮ ਦੇ ਉੱਪਰ ਡਿਉੜੀਆਂ ਬਣਾ ਕੇ ਜਾਂ ਕਬੱਡੀ ਕੱਪ ਕਰਾ ਕੇ ਹੀ ਨਾ ਚਲੇ ਜਾਇਆ ਕਰਨ। ਕਬੱਡੀ ਖੇਡਣ ਵਾਲਿਆਂ ਨੂੰ ਪਹਿਲਾਂ ਪ੍ਰਪੇਅਰ ਕਰਨ ਕਿ ਉਹ ਡਰੱਗ ਤੋਂ ਦੂਰ ਚਲੇ ਜਾਣ ਔਰ ਉਹ ਆਪਣੀ ਜਿਹੜੇ ਜੋ ਵੀ ਦਸਵੰਧ ਕੱਢਦੇ ਨੇ ਉਹ ਸਹੀ ਸਾਰਥਕ ਢੰਗ ਇਹੋ ਹੀ ਹੈ ਕਿ ਇੱਕ ਪਿੰਡ ਨੂੰ ਅਪਣਾ ਲੈਣ। 12,000 ਤਕਰੀਬਨ 600-700 ਦੇ ਕਰੀਬ ਪਿੰਡ ਹੈ ਪੰਜਾਬ ਦਾ ਔਰ ਉਸ ਪਿੰਡਾਂ ਦੇ ਇੱਕ ਪਿੰਡ ਨੂੰ ਜੇਕਰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਜਰਮਨ, ਹਾਲੈਂਡ, ਸਵਿਟਜ਼ਰਲੈਂਡ ਔਰ ਜਿੰਨਾ ਯੂਰਪ ਕੰਟਰੀਆਂ ਦੇ ਵਿੱਚ ਸਾਡਾ ਸਿੱਖ ਭਾਈਚਾਰਾ ਵਸਿਆ, ਪੰਜਾਬੀ ਭਾਈਚਾਰਾ ਵਸਿਆ, ਉਹ ਸਾਰੇ ਇੱਕ ਪਿੰਡ ਨੂੰ ਅਡਾਪਟ ਕਰਕੇ ਉੱਥੇ ਨਸ਼ਿਆਂ ਦੇ ਵਿਰੁੱਧ ਇੱਕ ਮੁਹਿੰਮ ਚਲਾਉਣ। ਜਿਵੇਂ ਇੱਥੇ ਇੰਡੀਆ ਦੇ ਵਿੱਚ ਪਲਸ ਪੋਲੀਓ ਮੁਹਿੰਮ ਚਲਾਈ ਗਈ ਔਰ ਕਿ ਪੋਲੀਓ ਨੂੰ ਖਤਮ ਕਰਨਾ, ਇਵੇਂ ਡਰੱਗ ਨੂੰ ਖਤਮ ਕਰਨ ਵਾਸਤੇ ਪੰਜਾਬ ਨੂੰ ਅਪਣਾਉਣਾ ਪਵੇਗਾ ਤਾਂ ਜਾ ਕੇ ਅਸੀਂ ਡਰੱਗ ਨੂੰ ਖਤਮ ਕਰ ਸਕਾਂਗੇ। ਜੀ ਬਿਲਕੁਲ ਵੀਰ ਜੀ, ਬਿਲਕੁਲ। ਤੇ ਵੀਰ ਜੀ ਹੁਣ ਅਸੀਂ ਬਾਕੀ ਹੋਰ ਸਿੱਖ ਮੁੱਦੇ ਬਾਰੇ ਵੀ ਗੱਲ ਕਰਦੇ। ਜਿਸ ਤਰ੍ਹਾਂ ਨਵੰਬਰ 84 ਵਿੱਚ ਦਿੱਲੀ ਦੇ ਨੇੜੇ ਰੇਲਵੇ ਸਟੇਸ਼ਨ ਤੇ ਮਾਰੇ ਗਏ 70 ਤੋਂ ਜ਼ਿਆਦਾ ਫੌਜੀਆਂ ਜਵਾਨਾਂ ਨੇ ਕੇਸ ਨੂੰ ਵੀ ਤੁਸੀਂ ਚੁੱਕਿਆ ਸੀ, ਤੇ ਇਸ ਬਾਰੇ ਵੀ ਸਾਨੂੰ ਦੱਸੋ, ਇਸ ਕੇਸ ਦੀ ਕੀ ਅਪਡੇਟ ਹੈ? ਮੈਂ ਤੁਹਾਨੂੰ ਉਸ ਵੇਲੇ ਵੀ ਤੁਹਾਨੂੰ ਯਾਦ ਹੋਵੇਗਾ ਮੈਂ ਕਿਹਾ ਸੀ ਕਿ ਇੱਕ ਸਟੇਟਮੈਂਟ ਜ਼ਰੂਰ ਆਉਂਦੀ ਹੈ ਇੰਡੀਆ ਗਵਰਨਮੈਂਟ ਵੱਲੋਂ, ਡਿਫੈਂਸ ਮਹਿਕਮੇ ਵੱਲੋਂ ਔਰ ਆਰਮੀ ਵੱਲੋਂ ਵੀ ਆਈ ਸੀ ਕਿ ਅਸੀਂ ਇਹਦੀ ਜਾਂਚ ਕਰ ਰਹੇ ਹਾਂ। 29 ਸਾਲ ਬੀਤ ਗਏ ਨੇ, ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ। ਹੁਣ ਇੱਕੋ ਇੱਕ ਕੇਵਲ ਰਾਹ ਸੰਯੁਕਤ ਰਾਸ਼ਟਰ ਜਿੱਥੋਂ ਥੋੜੀ ਬਹੁਤੀ ਉਮੀਦ ਅਸੀਂ ਰੱਖਦੇ ਹਾਂ 10 ਲੱਖ ਲੋਕਾਂ ਦੇ ਸਿਗਨੇਚਰਾਂ ਵਾਲੀ ਜਿਹੜੀ ਪਟੀਸ਼ਨ ਹੈ ਸਿੱਖ ਜੀਨੋਸਾਈਡ ਪਟੀਸ਼ਨ 1503 ਨੰਬਰ ਜਿਹੜੀ ਜਨੇਵਾ ਦੇ ਵਿੱਚ ਅਸੀਂ ਪਾਉਣੀ ਹੈ ਔਰ ਉਸ ਵਾਸਤੇ ਮੇਰਾ ਦਿਨ ਰਾਤ ਇੱਕ ਪਲ ਜਿਹੜਾ ਲੱਗਾ ਹੋਇਆ। ਮੈਂ ਦੁਨੀਆ ਭਰ ਵਿੱਚ ਵਸਦੇ ਆਪਣੇ ਵੀਰਾਂ ਭੈਣਾਂ ਨੂੰ, ਬਜ਼ੁਰਗਾਂ ਨੂੰ ਔਰ ਖਾਸ ਕਰਕੇ TV 24 ਜਿਹੜਾ ਆਪਣਾ TV ਚੈਨਲ ਹੈ ਜਿਹੜਾ ਸਮਝਦੇ ਹਾਂ ਕਿ ਖਾਲਸਾ ਪੰਥ ਦੀ ਬੁਲੰਦ ਆਵਾਜ਼ ਹੈ ਕਿ www.1984yesitgenocide.org ਇਹ ਇੱਕ ਵੈਬਸਾਈਟ ਹੈ। ਇਸ ਦੇ ਉੱਪਰ ਆਨਲਾਈਨ ਆਪਾਂ ਸਿਗਨੇਚਰ ਕਰੀਏ ਔਰ ਇਹ ਜਿਹੜਾ ਇੱਕ ਮੁਹਿੰਮ ਹੈ ਔਰ ਇਸ ਨੂੰ ਨਵੰਬਰ ਦੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਜਦੋਂ ਵੀ ਮੌਕਾ ਮਿਲੇਗਾ ਇਹ ਪਟੀਸ਼ਨ ਜਿਹੜੀ ਇਸੇ ਸਾਲ ਪਾਈ ਜਾਣੀ ਹੈ ਔਰ ਉੱਥੋਂ ਥੋੜੀ ਬਹੁਤੀ ਆਸ ਹੈ। ਜਿਹੜਾ ਜੁਡੀਸ਼ੀਅਲ ਸਿਸਟਮ ਹੈ ਤੁਹਾਨੂੰ ਪਹਿਲਾਂ ਹੀ ਪਤਾ, ਮੈਨੂੰ ਜੇਲ੍ਹ ਵੀ ਜਾਣਾ ਪਿਆ ਔਰ ਜੋ ਘਟਨਾਕ੍ਰਮ ਸੱਜਣ ਕੁਮਾਰ ਦੇ ਕੇਸ ਦੇ ਵਿੱਚ ਉਸ ਦਿਨ 26 ਅਪ੍ਰੈਲ ਨੂੰ ਵਾਪਰਿਆ ਉਸ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਇੰਟਰਵਿਊ 'ਚ ਦੱਸ ਚੁੱਕਾ ਕਿ ਇੱਥੋਂ ਸਾਨੂੰ ਬਹੁਤੀ ਇਨਸਾਫ ਦੀ ਆਸ ਹੁਣ ਨਹੀਂ ਰਹੀ। ਸੋ ਅਜਿਹੇ ਹਾਲਾਤਾਂ ਦੇ ਵਿੱਚ ਚਾਹੇ ਫੌਜੀ ਵੀਰਾਂ ਦਾ ਕੇਸ ਹੈ ਚਾਹੇ ਉਹ ਦੂਸਰੇ ਕੇਸ ਨੇ, ਇਹਨਾਂ ਸਾਰੇ ਕੇਸਾਂ ਦਾ ਇੱਕੋ ਇੱਕ ਹੱਲ ਸੰਯੁਕਤ ਰਾਸ਼ਟਰ ਦੇ ਵਿੱਚ ਸਾਨੂੰ ਜੀਨੋਸਾਈਡ ਪਟੀਸ਼ਨ ਪਾ ਕੇ ਸਾਨੂੰ ਸਾਰਿਆਂ ਨੂੰ ਸਹਿਯੋਗ ਸਾਥ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ। ਜੀ ਬਿਲਕੁਲ। ਤੇ ਵੀਰ ਜੀ ਹੁਣ ਅਸੀਂ ਇੰਡੀਆ ਤੇ ਪੰਜਾਬ ਦੇ ਪੋਲੀਟੀਸ਼ੀਅਨਸ ਵੱਲ ਆਉਂਦੇ ਹਾਂ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਕਿ ਨਰਿੰਦਰ ਮੋਦੀ ਗੁਜਰਾਤ ਦੇ ਵਿੱਚ ਸਿੱਖਾਂ ਦੇ ਘਰਾਂ ਨੂੰ ਜਾ ਰਿਹਾ, ਉਹਨੂੰ ਗੁਜਰਾਤ ਦੇ ਵਿੱਚੋਂ ਕਰ ਰਿਹਾ, ਤੇ ਦੂਸਰੇ ਪਾਸੇ ਜਿਹੜੇ ਅਕਾਲੀਆਂ ਨੇ ਨਰਿੰਦਰ ਮੋਦੀ ਨੂੰ ਬਿਨਾਂ ਸ਼ਰਤ ਸਮਰਥਨ ਵੀ ਕੀਤਾ ਹੈ ਅਤੇ ਹੁਣ ਉਸ ਦਾ ਜਨਮ ਦਿਨ ਵੀ ਮਨਾਇਆ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਦੇਖੋ ਆਪਣੇ ਆਪ ਵਿੱਚ ਇੱਕ ਦਿਖਾਂਤ ਹੈ। ਸਮੇਂ ਜਦੋਂ ਸਾਨੂੰ ਆਜ਼ਾਦੀ ਦਾ ਮੌਕਾ ਮਿਲਿਆ ਸੀ 1947 ਨੂੰ ਜਦੋਂ ਪਾਕਿਸਤਾਨ ਬਣਿਆ ਇੰਡੀਆ ਦੇ ਵਿੱਚੋਂ, ਉਸ ਵਕਤ ਸਾਡੀ ਲੀਡਰਸ਼ਿਪ ਨੂੰ ਇੱਕ ਮੌਕਾ ਮਿਲਿਆ ਸੀ ਲੇਕਿਨ ਅਸੀਂ ਉਦੋਂ ਵੀ ਇਹ ਕਹਿ ਦਿੱਤਾ ਕਿ ਅਸੀਂ ਤਾਂ ਜੀ ਸਾਡਾ ਹਿੰਦੂ ਸਿੱਖ ਜਿਹੜਾ 9 ਮਾਸ ਦਾ ਰਿਸ਼ਤਾ ਹੈ ਅਸੀਂ ਇਸ ਨੂੰ ਬਰਕਰਾਰ ਰੱਖਣਾ। ਹੁਣ ਫਿਰ ਜਿਹੜੀ ਨਰਿੰਦਰ ਮੋਦੀ ਜਿਹੜਾ ਕਿ ਸ਼ਰੇਆਮ ਦੁਨੀਆ ਨੂੰ ਪਤਾ ਹੈ ਕਿ ਉਸ ਨੇ ਹਿੰਦੁਸਤਾਨ ਦੇ ਵਿੱਚ ਮਾਈਨੋਰਟੀਜ਼ ਨੂੰ, ਮੁਸਲਮਾਨਾਂ ਦਾ ਇੱਕ ਘਾਣ ਕੀਤਾ ਗੁਜਰਾਤ ਦੇ ਵਿੱਚ, ਚਿੱਟੇ ਦਿਨ ਕਤਲੇਆਮ ਕਰਾਇਆ। ਜਿਵੇਂ ਕਾਂਗਰਸ ਨੇ ਦਿੱਲੀ ਦੇ ਵਿੱਚ, ਕਾਨਪੁਰ, ਬੋਕਾਰੋ ਦੇ ਵਿੱਚ, ਵੱਖ-ਵੱਖ ਰਾਜਾਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਨਵੰਬਰ ਦੇ ਪਹਿਲੇ ਹਫ਼ਤੇ ਕਰਾਇਆ। ਸੋ ਮਾਈਨੋਰਟੀਜ਼ ਦਾ ਜਿਹੜਾ ਖਿਲਵਾੜ ਕੀਤਾ ਜਾ ਰਿਹਾ ਹੈ, ਉਹਦਾ ਘਾਣ ਕੀਤਾ ਜਾ ਰਿਹਾ, ਉਹਦੇ ਲਈ ਨਰਿੰਦਰ ਮੋਦੀ ਵਰਗੇ ਲੋਕ ਜਿਹੜੇ ਆ ਉਹ ਕਦੇ ਵੀ ਜਿਹੜੇ ਆ ਇਸ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਕੁਰਸੀ ਦੇ ਉੱਪਰ ਬੈਠਣਗੇ ਤਾਂ ਉਹ ਬਹੁਤ ਖਤਰਨਾਕ ਹਾਲਾਤ ਪੈਦਾ ਕਰ ਦੇਣਗੇ। ਉਹ ਹਮੇਸ਼ਾ ਜਿਹੜੀ ਉਹਨਾਂ ਦੀ ਫਿਰਕੂ ਸੋਚ ਹੈ ਉਸ ਨੂੰ ਉਭਾਰ ਕੇ ਰੱਖਦੇ ਨੇ ਔਰ ਕਦੀ ਇਹ ਬਾਬਰੀ ਮਸਜਿਦ ਦਾ ਮਸਲਾ ਲੈ ਕੇ ਆਉਂਦੇ ਨੇ, ਕਦੀ ਕੁਝ ਲੈ ਕੇ ਆਉਂਦੇ ਨੇ। ਅਜਿਹੇ ਹਾਲਾਤਾਂ ਦੇ ਵਿੱਚ ਮੇਰੀ ਸਿਰਫ ਇੰਨੀ ਰਿਕੁਐਸਟ ਹੈ ਕਿ ਨਰਿੰਦਰ ਮੋਦੀ ਵਰਗੇ ਜਿਹੜੇ ਫਿਰਕੂ ਲੋਕ ਨੇ ਉਹਨਾਂ ਦੇ ਏਜੰਡੇ ਨੂੰ ਜਿਹੜੇ ਲੋਕ ਅਪਣਾਉਂਦੇ ਨੇ ਉਹਨਾਂ ਨੂੰ ਦਰਕਾਰਿਆ ਜਾਵੇ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਉਹਨਾਂ ਨੂੰ ਨੰਗਿਆ ਕੀਤਾ ਜਾਵੇ ਕਿ ਤੁਸੀਂ ਪਹਿਲਾਂ ਹੀ
ਸਿੱਖ ਕੌਮ ਦੇ ਨਾਲ ਬਹੁਤ ਵੱਡਾ ਖਿਲਵਾੜ ਕੀਤਾ, ਹੋਰ ਨਾ ਕਰੋ। ਜੀ। ਔਰ ਅਜਿਹੇ ਹਾਲਾਤਾਂ ਦੇ ਵਿੱਚ ਸਿੱਖ ਕੌਮ ਜਿਹੜੀ ਹੈ ਉਹ ਆਪਣੀ ਆਜ਼ਾਦ ਸੋਚ, ਆਜ਼ਾਦ ਭਾਵਨਾ ਨੂੰ ਬਰਕਰਾਰ ਰੱਖੇ। ਜੀ ਬਿਲਕੁਲ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੀ ਸਿੱਖ ਸੰਗਤਾਂ ਨਾਲ ਅੱਜ ਰੂਬਰੂ ਹੈ। ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ, ਪਰ ਮੈਂ ਅੱਜ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਆ। ਫਿਰ ਤੋਂ ਅਸੀਂ ਹੋਰ ਕੇਸਿਸ ਬਾਰੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਧੰਨਵਾਦ ਜੀ। ਵੀਅਰਸ, ਇੱਥੇ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। ਵਿਲ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।